ਹੈਲੋ ਡੀਅਰ ਸਟੂਡੈਂਟਸ, ਵੈਲਕਮ ਬੇਟਾ। ਅੱਜ ਦੇ ਵੀਡੀਓ ਲੈਸਨ ਦੇ ਵਿੱਚ ਅਸੀਂ ਜੋ ਟੌਪਿਕ ਕਰਨ ਜਾ ਰਹੇ ਹਾਂ ਉਹ ਹੈ ਲਰਨਿੰਗ ਲੈਂਗੁਏਜ ਦੇ ਤਹਿਤ ਤੁਹਾਡੇ ਗ੍ਰਾਮਰ ਦਾ ਟੌਪਿਕ ਹੈ ਦ ਵਰਬ। ਇਹਦੀਆਂ ਕਰਾਂਗੇ ਆਪਾਂ ਟਾਈਪਸ ਡਿਸਕਸ ਅਤੇ ਇਹਦੇ ਨਾਲ ਰਿਲੇਟਡ ਜਿਹੜੀਆਂ ਐਕਟੀਵਿਟੀਜ਼ ਨੇ 5 ਐਂਡ 6 ਉਹ ਵੀ ਕਰਾਂਗੇ ਸੋਲਵ ਆਪਾਂ ਤੁਹਾਡੀ ਬੁੱਕ ਮਾਈ ਇੰਗਲਿਸ਼ ਕੰਪੈਨੀਅਨ ਦੇ ਵਿੱਚੋਂ ਲੈਸਨ ਨੰਬਰ 4 ਨਾਲ ਰਿਲੇਟਡ ਨੇ। ਠੀਕ ਹੈ, ਸੋ ਅੱਜ ਦੀ ਵੀਡੀਓ ਖਾਸ ਹੈ ਕਲਾਸ 8th ਦੇ ਸਟੂਡੈਂਟਸ ਲਈ। ਵੈਲਕਮ ਵੰਸ ਅਗੇਨ। ਸੋ ਕਰਦੇ ਹਾਂ ਸ਼ੁਰੂ। ਕਾਪੀ ਪੈਨ ਲੈ ਲਓ, ਬੁੱਕ ਤਾਂ ਹਜੇ ਤੱਕ ਅਵੇਲੇਬਲ ਨਹੀਂ ਹੈ ਤੁਹਾਨੂੰ, ਸੋ ਨੋਟ ਡਾਊਨ ਕਰ ਸਕੋ ਤਾਂ ਕਿ ਜਦੋਂ ਹੁਣ ਅਸੀਂ ਵਰਬ ਦੀ ਗੱਲ ਕਰਦੇ ਹਾਂ ਸਾਰਿਆਂ ਨਾਲੋਂ ਪਹਿਲਾਂ ਸਾਡੇ ਮਾਈਂਡ 'ਚ ਇਹੀ ਕੁਐਸਚਨ ਆਉਂਦਾ ਕਿ ਵਰਬ ਹੈ ਕੀ, ਵਾਟ ਇਜ਼ ਵਰਬ। ਆਓ ਆਪਾਂ ਇਹਨੂੰ ਸਮਝ ਲਈਏ ਫਿਰ। A verb is a word which describes the action in a sentence। ਕੀ ਭਾਵ ਆ? ਵਰਬ ਇੱਕ ਅਜਿਹਾ ਸ਼ਬਦ ਆ ਜਿਹੜਾ ਐਕਸ਼ਨ ਨੂੰ ਡਿਸਕਰਾਈਬ ਕਰਦਾ ਹੈਗਾ, ਐਕਸ਼ਨ ਬਾਰੇ ਦੱਸਦਾ ਹੈਗਾ ਸੈਂਟੈਂਸ ਦੇ ਵਿੱਚ, ਜਿਹਨੂੰ ਅਸੀਂ ਡੂਇੰਗ ਵਰਡ ਵੀ ਕਹਿ ਦਿੰਦੇ ਹਾਂ। ਹੁਣ ਤੁਹਾਡੇ ਕੋਲ ਥੱਲੇ ਐਗਜ਼ਾਮਪਲਸ ਦਿੱਤੀਆਂ ਹੋਈਆਂ ਨੇ। ਆਈ ਪਲੇ ਫੁੱਟਬਾਲ, ਮੈਂ ਫੁੱਟਬਾਲ ਖੇਡਦਾ ਹਾਂ। ਇਸ ਸੈਂਟੈਂਸ ਦੇ ਵਿੱਚ ਕਿਹੜਾ ਵਰਡ ਆ ਜਿਹੜਾ ਐਕਸ਼ਨ ਬਾਰੇ ਦੱਸਦਾ? ਪਲੇ। ਉਹਨੂੰ ਅਸੀਂ ਯੈਲੋ ਕੀਤਾ ਹੋਇਆ ਇੱਥੇ। ਸੋ ਪਲੇ ਕੀ ਆ? ਵਰਬ ਆ। ਸੈਕਿੰਡ ਦੇ ਵਿੱਚ ਦੇ ਸਕਿਪ ਕੁਇਕਲੀ। ਠੀਕ ਹੈ, ਇਹਦੇ ਵਿੱਚ ਦੇਖੋ ਕਿਹੜਾ ਵਰਡ ਆ ਜਿਹੜਾ ਸਾਨੂੰ ਐਕਸ਼ਨ ਬਾਰੇ ਦੱਸ ਰਿਹਾ? ਉਹ ਸਕਿਪ ਆ। ਇਸੇ ਤਰੀਕੇ ਨਾਲ ਅਗਲਿਆਂ 'ਚ ਈਟ ਆ, ਇਜ਼ ਆ, ਹੈ ਨਾ। ਸੋ ਇਹ ਜਿਹੜੇ ਵਰਡ ਨੇ ਯੈਲੋ ਕੀਤੇ ਹੋਏ ਨੇ ਜਾਂ ਜਿਹੜੇ ਸਾਨੂੰ ਸੈਂਟੈਂਸ ਦੇ ਵਿੱਚ ਹੋ ਰਹੇ ਐਕਸ਼ਨ ਬਾਰੇ ਦੱਸ ਰਹੇ ਨੇ ਉਹਨਾਂ ਨੂੰ ਅਸੀਂ ਵਰਬ ਕਹਿੰਦੇ ਹਾਂ। ਠੀਕ ਆ, ਮੋਟਾ ਜਿਹਾ ਸਮਝ ਲੱਗ ਗਿਆ। ਹੁਣ ਆਪਾਂ ਚੱਲਦੇ ਹਾਂ ਤੁਹਾਡੀ ਬੁੱਕ ਵੱਲ। ਦੇਖੀਏ ਬੁੱਕ ਵਾਲੇ ਕੀ ਕਹਿੰਦੇ ਆ, ਹੈ ਨਾ। ਆਹ ਦੇਖੋ ਹੁਣ ਤੁਹਾਡਾ ਆ ਗਿਆ ਬੁੱਕ ਦਾ ਪੇਜ ਬੇਟਾ। ਲਰਨਿੰਗ ਲੈਂਗੁਏਜ ਦੇ ਤਹਿਤ ਦ ਵਰਬ। Verbs are the words that shows a person's action or state of being। ਠੀਕ ਆ, ਉਹੀ ਮੈਂ ਤੁਹਾਨੂੰ ਈਜ਼ੀ ਕਰਕੇ ਸਮਝਾਇਆ ਕਿ ਕਿਸੇ ਵਿਅਕਤੀ ਦੁਆਰਾ ਜਿਹੜਾ ਐਕਸ਼ਨ ਹੋ ਰਿਹਾ, ਜਿਹੜੇ ਸ਼ਬਦ ਉਹ ਦੱਸਦੇ ਨੇ ਉਹਨਾਂ ਨੂੰ ਅਸੀਂ ਵਰਬ ਕਹਿੰਦੇ ਹਾਂ। ਇੱਥੇ ਐਗਜ਼ਾਮਪਲਸ ਦਿੱਤੀਆਂ ਨੇ। ਅਸ਼ੋਕ ਰਨਸ, ਦ ਡੌਗ ਜੰਪਸ, ਆਈ ਐਮ ਈਟਿੰਗ। ਸੋ ਇਹਨਾਂ ਸੈਂਟੈਂਸਿਸ ਦੇ ਵਿੱਚ ਜਿਹੜਾ ਰਨ ਸ਼ਬਦ ਆਇਆ, ਜੰਪ ਆਇਆ, ਆਈ ਐਮ ਈਟਿੰਗ ਆਇਆ, ਇਹ ਸਾਰੇ ਕੀ ਨੇ? ਵਰਬ ਨੇ ਬੇਟਾ। ਠੀਕ ਹੈ, ਇਹਦੇ ਵਿੱਚੋਂ ਹੁਣ ਵਰਬ ਨੂੰ ਅਸੀਂ ਅੱਗੇ ਦੋ ਕੈਟਾਗਰੀਜ਼ 'ਚ ਵੰਡ ਲੈਂਦੇ ਹਾਂ, ਮੇਨ ਵਰਬ ਔਰ ਹੈਲਪਿੰਗ ਵਰਬ, ਹੈ ਨਾ। ਸੋ ਜਿਹੜੇ ਇਜ਼, ਐਮ, ਆਰ, ਵਾਜ਼, ਵਰ, ਬੀਂਗ, ਹੈਜ਼, ਹੈਵ, ਇਹ ਸਾਰੇ ਹੈਲਪਿੰਗ ਵਰਬ ਨੇ। ਉਸ ਤੋਂ ਇਲਾਵਾ ਜਿਵੇਂ ਰਨ, ਜੰਪ, ਈਟਿੰਗ, ਇਹ ਕੀ ਨੇ? ਮੇਨ ਵਰਬ ਨੇ। ਹੁਣ ਅੱਗੇ ਦੇਖੋ ਕੁਝ ਸੈਂਟੈਂਸ ਸਾਨੂੰ ਹੋਰ ਦਿੱਤੇ ਹੋਏ ਨੇ ਇਸੇ ਚੀਜ਼ ਨੂੰ ਹੋਰ ਚੰਗੀ ਤਰੀਕੇ ਨਾਲ ਐਕਸਪਲੇਨ ਕਰਨ ਲਈ। ਰਾਧਾ ਇਜ਼ ਮੇਕਿੰਗ ਟੀ, ਮਲਾਈਕਾ ਹੈਜ਼ ਮੇਡ ਟੀ, ਸੀਮਾ ਇਜ਼ ਡਾਂਸਿੰਗ, ਦ ਐਕਟਰਸ ਹੈਵ ਫਿਨਿਸ਼ਡ ਦੇਅਰ ਵਰਕ। ਹੁਣ ਇਹਨਾਂ ਦੇ ਵਿੱਚ ਹੈਲਪਿੰਗ ਵਰਬ ਵੀ ਹੈ ਨਾ ਸੈਂਟੈਂਸਿਸ ਦੇ ਵਿੱਚ ਔਰ ਮੇਨ ਵਰਬ ਵੀ ਆ। ਠੀਕ ਹੈ, ਇਹ ਇਸ ਲਈ ਇੱਥੇ ਸਮਝਣਾ ਜ਼ਰੂਰੀ ਹੈ ਕਿਉਂਕਿ ਅਗਲੀ ਐਕਟੀਵਿਟੀ ਆ ਜਿਹੜੀ ਸਾਡੀ ਇਸੇ 'ਤੇ ਬੇਸਡ ਆ। ਜਿਵੇਂ ਇਜ਼ ਹੈਲਪਿੰਗ ਵਰਬ ਆ, ਮੇਕਿੰਗ ਮੇਨ ਵਰਬ ਆ। ਹੈਜ਼ ਹੈਲਪਿੰਗ ਵਰਬ ਆ, ਮੇਡ ਮੇਨ ਵਰਬ ਆ। ਇਜ਼ ਹੈਲਪਿੰਗ ਵਰਬ ਆ, ਡਾਂਸਿੰਗ ਮੇਨ ਵਰਬ ਆ। ਹੈਵ ਹੈਲਪਿੰਗ ਵਰਬ ਆ, ਫਿਨਿਸ਼ਡ ਮੇਨ ਵਰਬ ਆ। ਇਹੀ ਚੀਜ਼ ਇੱਥੇ ਤੁਹਾਨੂੰ ਥੱਲੇ ਡਿਟੇਲ ਦੇ ਵਿੱਚ ਸਮਝਾਈ ਗਈ ਹੈ ਬੇਟਾ। ਠੀਕ ਹੈ, ਸਮਝ ਲੱਗ ਗਈ। ਹੁਣ ਚੱਲਦੇ ਹਾਂ ਆਪਾਂ ਅੱਗੇ। ਦ ਮੇਨ ਵਰਬ ਐਕਸਪ੍ਰੈਸ ਦ ਨੇਚਰ ਆਫ ਦ ਐਕਸ਼ਨ ਵਾਈਲ ਦ ਹੈਲਪਿੰਗ ਵਰਬ ਹੈਲਪਸ ਦ ਮੇਨ ਵਰਬ ਇਨ ਟੈਲਿੰਗ ਦ ਟਾਈਮ ਆਫ ਦ ਐਕਸ਼ਨ। ਕੀ ਮਤਲਬ ਆ? ਜਿਹੜਾ ਮੇਨ ਵਰਬ ਆ ਉਹ ਤਾਂ ਐਕਸ਼ਨ ਬਾਰੇ ਦੱਸ ਰਿਹਾ, ਜਿਹੜਾ ਹੈਲਪਿੰਗ ਵਰਬ ਆ ਉਹਦੀ ਹੈਲਪ ਕਰਦਾ ਉਸ ਐਕਸ਼ਨ ਦੇ ਟਾਈਮ ਬਾਰੇ ਦੱਸਣ ਵਿੱਚ। ਠੀਕ ਹੈ, ਸੋ ਜਿੱਦਾਂ ਹੁਣ ਹੋਰ ਇੱਕ ਦੋ ਐਗਜ਼ਾਮਪਲਾਂ ਦਿੱਤੀਆਂ ਹੋਈਆਂ ਨੇ। ਸ਼ੀ ਇਜ਼ ਈਟਿੰਗ, ਇਜ਼ ਆ ਜਿਹੜਾ ਉਹ ਕੀ ਦੱਸਦਾ ਕਿ ਐਕਸ਼ਨ ਆ ਜਿਹੜਾ ਪ੍ਰੈਜ਼ੈਂਟ 'ਚ ਹੋ ਰਿਹਾ ਹੈਗਾ। ਸ਼ੀ ਵਾਜ਼ ਈਟਿੰਗ, ਅਗਰ ਵਾਜ਼ ਲੱਗਿਆ ਹੋਇਆ ਉਹ ਸਾਨੂੰ ਦੱਸਦਾ ਕਿ ਜਿਹੜਾ ਐਕਸ਼ਨ ਆ ਹੋ ਚੁੱਕੇ ਆ ਪਿਛਲੇ ਸਮੇਂ ਦੇ ਦੌਰਾਨ, ਪਾਸਟ ਦੇ ਵਿੱਚ। ਠੀਕ ਹੈ, ਸਮਝ ਲੱਗ ਗਈ। ਹੁਣ ਆਪਾਂ ਇਹਦੇ ਨਾਲ ਰਿਲੇਟਡ ਐਕਟੀਵਿਟੀ ਨੰਬਰ 5 ਕਰਦੇ ਹਾਂ। ਕੀ ਕਰਨਾ ਐਕਟੀਵਿਟੀ ਨੰਬਰ 5 'ਚ? ਦੇਖੋ ਸਟੇਟਮੈਂਟ ਪੜ੍ਹੋ। ਅੰਡਰਲਾਈਨ ਦ ਹੈਲਪਿੰਗ ਵਰਬ, ਜਿਹੜੇ ਹੈਲਪਿੰਗ ਵਰਬ ਨੇ ਉਹਨੂੰ ਅੰਡਰਲਾਈਨ ਕਰਨਾ ਵੀ ਉਹਦੇ ਥੱਲੇ ਲਾਈਨ ਲਗਾਉਣੀ ਆ। ਵਿਦ ਦਾ ਸਿੰਗਲ ਲਾਈਨ ਐਂਡ ਇਨ ਸਰਕਲ ਦਾ ਮੇਨ ਵਰਬ। ਇਨ ਸਰਕਲ ਮੀਨਸ ਗੋਲਾ ਮਾਰਨਾ ਤੁਸੀਂ ਮੇਨ ਵਰਬ ਦੇ ਉੱਤੇ। ਇਨ ਦਾ ਫੋਲੋਇੰਗ ਸੈਂਟੈਂਸ, ਜਿਹੜੇ ਸਾਨੂੰ ਹੁਣ ਅੱਗੇ ਸੈਂਟੈਂਸ ਦਿੱਤੇ ਹੋਏ ਨੇ। ਇਹ ਲਓ ਜੀ, ਦੇਖੋ ਇਹ ਸਾਨੂੰ ਦਿੱਤਾ ਤੁਹਾਡੀ ਬੁੱਕ 'ਤੇ ਨਾ ਐਗਜ਼ਾਮਪਲ ਉਹਨਾਂ ਨੇ ਇੱਕ ਸੋਲਵ ਕਰਤੀ। ਆਈ ਐਮ ਈਟਿੰਗ ਐਨ ਐਪਲ, ਐਮ ਦੇ ਥੱਲੇ ਲਾਈਨ ਲਗਾਤੀ ਔਰ ਈਟਿੰਗ 'ਤੇ ਕੀ ਲਗਾਤਾ? ਗੋਲਾ ਲਗਾਤਾ। ਹੁਣ ਇਹੀ ਕੰਮ ਅਸੀਂ ਕਰਨਾ ਹੈਗਾ। ਸੋ ਫਸਟ ਸੈਂਟੈਂਸ ਦੇ ਵਿੱਚ ਦੇਖੋ ਸੈਂਟੈਂਸ ਨੂੰ ਪੜ੍ਹ ਲਓ ਅਤੇ ਫਿਰ ਉਹਦੇ 'ਤੇ ਲਾਓ
ਲਾਈਨ ਜਿਹੜਾ ਹੈਲਪਿੰਗ ਵਰਬ ਆ, ਦੇ ਵਰ ਈਟਿੰਗ ਇਨ ਆ ਰੈਸਟੋਰੈਂਟ। ਸੋ ਬਰ ਕੀ ਆ, ਹੈਲਪਿੰਗ ਵਰਬ, ਉਹਦੇ ਥੱਲੇ ਲਾ ਦੇਣੀ ਆ ਲਾਈਨ। ਈਟਿੰਗ ਕੀ ਆ, ਮੇਨ ਵਰਬ, ਉਹਦੇ 'ਤੇ ਲਾ ਦੇਣਾ ਗੋਲਾ। ਇਹਨੂੰ ਇੱਦਾਂ ਵੀ ਤੁਸੀਂ ਕਰ ਸਕਦੇ ਹੋ ਬੁੱਕ 'ਤੇ। ਜਦੋਂ ਤੁਸੀਂ ਬੇਟਾ ਇਹਨੂੰ ਕਾਪੀ 'ਤੇ ਕਰੋ ਤਾਂ ਫਿਰ ਤੁਸੀਂ ਹੈਲਪਿੰਗ ਵਰਬ ਨੂੰ ਇੱਦਾਂ ਲਿਖ ਸਕਦੇ ਹੋ, ਐਚ ਪਾ ਕੇ ਬੀ, ਹੈਲਪਿੰਗ ਵਰਬ ਬਰਾਬਰ ਤੁਸੀਂ ਲਿਖ ਦੋਗੇ ਬਰ, ਫਿਰ ਲਿਖ ਦੋਗੇ ਮੇਨ ਵਰਬ, ਫਿਰ ਤੁਸੀਂ ਲਿਖ ਦੋਗੇ ਈਟਿੰਗ। ਕਾਪੀ 'ਤੇ ਤੁਸੀਂ ਇੱਦਾਂ ਵੀ ਲਿਖ ਸਕਦੇ ਹੋ, ਠੀਕ ਹੈ। ਅਗਰ ਤੁਸੀਂ ਲਾਈਨ ਲਗਾ ਰਹੇ ਹੋ ਔਰ ਗੋਲਾ ਹੀ ਲਗਾ ਰਹੇ ਹੋ ਤਾਂ ਫਿਰ ਕੋਸ਼ਿਸ਼ ਕਰਨੀ ਆ ਕਿ ਹਰ ਸੈਂਟੈਂਸ ਤੋਂ ਬਾਅਦ ਇੱਕ ਲਾਈਨ ਸਕਿਪ ਕੀਤੀ ਜਾਵੇ ਤਾਂ ਕਿ ਉਹ ਚੰਗੇ ਤਰੀਕੇ ਨਾਲ ਹੋ ਜਾਵੇ। ਜਦੋਂ ਤੁਸੀਂ ਸਾਰੀਆਂ ਲਾਈਨਾਂ 'ਚ ਲਿਖੋਗੇ ਪੁੱਤੋ ਸਾਰਾ ਮੈਸ਼ ਜਿਹਾ ਹੋ ਜਾਊਗਾ, ਵਿੱਚ ਘਾਚਾ ਮਾਚਾ ਜਿਹਾ ਹੋ ਜੂ, ਅਤੇ ਫਿਰ ਉਹਨੂੰ ਸਮਝਣ 'ਚ ਦੇਖਣ 'ਚ ਸੋਹਣਾ ਨਹੀਂ ਲੱਗਦਾ ਹੈ ਨਾ। ਸੋ ਇੱਕ ਇੱਕ ਲਾਈਨ ਸਕਿਪ ਕਰਕੇ ਲਿਖਿਓ ਅਗਰ ਤੁਸੀਂ ਅੰਡਰਲਾਈਨ ਕਰ ਰਹੇ ਹੋ ਔਰ ਸਰਕਲ ਕਰ ਰਹੇ ਹੋ, ਠੀਕ ਹੈ। ਸੋ ਸੈਕਿੰਡ ਦੇ ਵਿੱਚ ਦੇਖੋ ਹੁਣ, ਓਕੇ, ਕਿਹੜਾ ਹੈਲਪਿੰਗ ਵਰਬ ਆ ਔਰ ਕਿਹੜਾ ਮੇਨ ਵਰਬ ਹੈ, ਮੈਨੂੰ ਪਤਾ ਤੁਸੀਂ ਲੱਭ ਸਕਦੇ ਹੋ। ਦੇਖੋ ਲੱਭ ਲਿਆ, ਵੈਰੀ ਗੁੱਡ। ਥਰਡ ਵਨ ਦੇ ਵਿੱਚ ਵੈਰੀ ਗੁੱਡ। ਫੋਰਥ 'ਚ ਇਹ ਸਾਰਿਆਂ 'ਚ ਹੀ ਇੱਦਾਂ ਹੋਣਗੇ, ਇਹ ਤਾਂ ਪਰ ਆਪਾਂ ਕਰਾਂਗੇ ਜਦੋਂ ਉਦੋਂ ਪਤਾ ਲੱਗੂ, ਪਰ ਸਾਰਿਆਂ 'ਚ ਜ਼ਰੂਰੀ ਨਹੀਂ ਕਿ ਹਰ ਇੱਕ ਦੇ ਵਿੱਚ ਹੈਲਪਿੰਗ ਵਰਬ ਵੀ ਹੋਵੇ ਔਰ ਮੇਨ ਵਰਬ ਵੀ ਹੋਵੇ, ਹੈ ਨਾ। ਇਕੱਲਾ ਹੈਲਪਿੰਗ ਵਰਬ ਤੋਂ ਬਿਨਾਂ ਵੀ ਮੇਨ ਵਰਬ ਵੀ ਤਾਂ ਆ ਸਕਦਾ ਨਾ। ਸੋ ਇਹ ਜਿਹੜੇ 5 ਸੈਂਟੈਂਸ ਸੀ ਮੈਂ ਇਹਨਾਂ 'ਤੇ ਲਗਾਤੇ ਨੇ ਗੋਲੇ, ਦੇਖੋ ਠੀਕ, ਤੁਹਾਨੂੰ ਸਮਝ ਲੱਗ ਗਈ ਹੋਣੀ ਆ। ਸੋ ਇਹੀ ਕੰਮ ਆਪਾਂ ਕਰਨਾ। ਹੁਣ ਚੱਲਦੇ ਹਾਂ ਅਗਲੇ ਸੈਂਟੈਂਸਿਸ ਦੇ ਉੱਤੇ। ਹੁਣ ਇਹਨਾਂ 'ਤੇ ਆਪਾਂ ਇਹੀ ਕੰਮ ਕਰਦੇ ਹਾਂ। ਦੇਖੋ ਰਾਧਿਕਾ ਹੈਜ਼ ਬੀਨ, ਇੱਥੇ ਹੁਣ ਹੈਜ਼ ਬੀਨ ਦੋਨੋਂ ਇਕੱਠੇ ਨੇ ਤਾਂ ਦੋਨਾਂ ਦੇ ਥੱਲੇ ਲਾਈਨ ਲੱਗੂਗੀ ਪਲੇਇੰਗ, ਠੀਕ। ਸ਼ੀ ਵਿਲ ਟੇਕ, ਵਿਲ ਟੇਕ। ਹੀ ਇਜ਼ ਹੈਲਪਿੰਗ ਵਰਬ ਤੁਹਾਨੂੰ ਦੱਸਿਆ, ਇਜ਼, ਐਮ, ਆਰ, ਬਾਜ਼, ਬਾਰ, ਹੈਜ਼, ਹੈਜ਼ ਬੀਨ, ਇਹ ਸਭ ਕੀ ਨੇ, ਹੈਲਪਿੰਗ ਵਰਬ ਨੇ। ਸੋ ਇਹਨਾਂ ਦੇ ਥੱਲੇ ਆਪਾਂ ਲੈਣਾ। ਹੁਣ ਨੌਵਾਂ ਧਿਆਨ ਨਾਲ ਦੇਖਣ ਦੀ ਲੋੜ ਆ। ਵੀ ਗੋ ਟੂ ਦਾ ਸਿਨੇਮਾ ਐਵਰੀ ਵੀਕ, ਹੁਣ ਇਹਦੇ ਵਿੱਚ ਸਿਰਫ ਗੋ ਆਇਆ ਅਤੇ ਗੋ ਕੀ ਆ, ਮੇਨ ਵਰਬ ਆ, ਇਹਦੇ 'ਚ ਕੋਈ ਹੈਲਪਿੰਗ ਵਰਬ ਨਹੀਂ ਹੈਗਾ, ਇਸ ਲਈ ਲਾਈਨ ਨਹੀਂ ਲਗਾਵਾਂਗੇ, ਅੰਡਰਲਾਈਨ ਨਹੀਂ ਕਰਾਂਗੇ, ਸਿਰਫ ਸਰਕਲ ਕਰਾਂਗੇ। 10th ਵਨ 'ਚ ਇਜ਼ ਹੈਗਾ, ਫਿਰ ਲਾਈਨ ਲਗਾਓ ਔਰ ਰੀਡਿੰਗ 'ਤੇ ਲਗਾਓ ਗੋਲਾ। ਸੋ ਇਹ ਹੋ ਗਈ ਤੁਹਾਡੀ ਐਕਟੀਵਿਟੀ ਨੰਬਰ 5 ਡਨ। ਧਿਆਨ ਨਾਲ ਕਰਿਓ, ਜਿੱਦਾਂ ਕਿ ਉਹ ਥੋੜ੍ਹਾ ਜਿਹਾ ਕਲੀਨ ਰੱਖਿਓ ਬੇਟਾ, ਓਕੇ। ਅੱਗੇ ਹੁਣ ਆ ਗਿਆ ਟ੍ਰਾਂਸਿਟਿਵ ਵਰਬ ਔਰ ਇਨਟ੍ਰਾਂਸਿਟਿਵ ਵਰਬਸ ਬਾਰੇ। ਹੁਣ ਆਪਾਂ ਇਹਨੂੰ ਸਮਝ ਲਈਏ ਪਹਿਲਾਂ ਹੁੰਦੇ ਕੀ ਨੇ, ਫਿਰ ਇਹਦੇ ਨਾਲ ਰਿਲੇਟਡ ਐਕਟੀਵਿਟੀ ਆ, ਫਿਰ ਉਹ ਆਪਾਂ ਐਕਟੀਵਿਟੀ ਪਰਫੋਰਮ ਕਰਾਂਗੇ। ਕੀ ਲਿਖਿਆ ਹੋਇਆ ਦੇਖੋ, ਆ ਟ੍ਰਾਂਸਿਟਿਵ ਵਰਬ ਸ਼ੋਜ਼ ਐਨ ਐਕਸ਼ਨ ਦੈਟ passes over from the subject to something or somebody else called the object। ਥੋੜ੍ਹਾ ਜਿਹਾ ਟਫ ਲੱਗ ਰਿਹਾ ਉਹ, ਇਹਨੂੰ ਮੈਂ ਸੌਖੀਆਂ ਲਾਈਨਾਂ 'ਚ ਬੋਲ ਰਹੀ ਹਾਂ। ਟ੍ਰਾਂਸਿਟਿਵ ਵਰਬ ਕੀ ਆ, ਟ੍ਰਾਂਸਿਟਿਵ ਵਰਬ ਇਜ਼ ਅ ਵਰਬ ਦੈਟ ਰਿਕੁਆਇਰਸ ਐਨ ਆਬਜੈਕਟ ਟੂ ਰਿਸੀਵ ਦਾ ਐਕਸ਼ਨ। ਮਤਲਬ ਟ੍ਰਾਂਸਿਟਿਵ ਵਰਬ ਇੱਕ ਅਜਿਹਾ ਵਰਬ ਹੈ ਜਿਹਨੂੰ ਜ਼ਰੂਰਤ ਪੈਂਦੀ ਆ, ਰਿਕੁਆਇਰਮੈਂਟ ਆ ਉਹਦੀ, ਕਿ ਆਬਜੈਕਟ ਜਿਹੜਾ ਉਹਦਾ ਐਕਸ਼ਨ ਨੂੰ ਰਿਸੀਵ ਕਰ ਸਕੇ। ਬਿਲਕੁਲ ਸਿੰਪਲ ਵਰਡ 'ਚ ਟ੍ਰਾਂਸਿਟਿਵ ਵਰਬ ਉਹ ਆ ਜਿਹਦੇ ਵਿੱਚ ਸਬਜੈਕਟ ਵੀ ਆ, ਵਰਬ ਵੀ ਆ ਔਰ ਆਬਜੈਕਟ ਵੀ ਆ, ਠੀਕ ਆ। ਜਿੱਦਾਂ ਹੁਣ ਇੱਥੇ ਐਗਜ਼ਾਮਪਲ ਦਿੱਤੀ ਹੋਈ ਆ, ਦਾ ਪੁਲਿਸਮੈਨ, ਇਹ ਸਬਜੈਕਟ ਆ। ਅਰੈਸਟਡ ਕੀ ਹੋ ਗਿਆ, ਵਰਬ ਹੋ ਗਿਆ। ਦਾ ਥੀਫ ਕੀ ਹੋ ਗਿਆ, ਆਬਜੈਕਟ ਹੋ ਗਿਆ, ਤਾਂ ਇਹ ਟ੍ਰਾਂਸਿਟਿਵ ਵਰਬ ਆ। ਨੈਕਸਟ ਲਾਈਨ 'ਚ ਵੀ ਦੇਖ ਲਓ ਸੈਂਟੈਂਸ, ਦਾ ਬੋਆਇਜ਼ ਕੀ ਹੋ ਗਿਆ, ਸਬਜੈਕਟ ਹੋ ਗਿਆ। ਆਰ ਔਰ ਈਟਿੰਗ, ਆਰ ਹੈਲਪਿੰਗ ਵਰਬ ਆ, ਈਟਿੰਗ ਮੇਨ ਵਰਬ ਆ। ਸੋ ਹੈਗੇ ਦੋਨੋਂ ਵਰਬ ਹੀ ਨੇ ਨਾ। ਐਪਲਸ ਕੀ ਹੋ ਗਿਆ, ਆਬਜੈਕਟ ਹੋ ਗਿਆ ਬੇਟਾ, ਠੀਕ ਆ। ਹੁਣ ਥੱਲੇ ਵੀ ਇਹੀ ਗੱਲ ਸਮਝਾਈ ਗਈ ਆ ਇਹਨਾਂ ਸੈਂਟੈਂਸਿਸ ਦੇ ਵਿੱਚ। ਕਹਿੰਦੇ ਜਿਹੜਾ ਅਰੈਸਟ ਆ, ਪਾਸਿਸ ਓਵਰ ਫਰੋਮ ਦਾ ਸਬਜੈਕਟ ਔਰ ਡੂਅਰ ਪੁਲਿਸਮੈਨ ਟੂ ਦਾ ਆਬਜੈਕਟ ਥੀਪ। ਜਿਹੜਾ ਅਰੈਸਟ ਆ ਪੁਲਿਸਮੈਨ ਦੇ ਤੋਂ ਪਾਸ ਹੋ ਕੇ ਥੀਪ ਤੱਕ ਗਿਆ। ਮੀਨਸ ਇਸ ਸੈਂਟੈਂਸ ਨੂੰ ਕੰਪਲੀਟ ਕਰਨ ਲਈ ਤਾਂ ਪੁਲਿਸਮੈਨ ਅਰੈਸਟਡ, ਅਗਰ ਇੰਨਾ ਲਿਖਾਂਗੇ ਅਸੀਂ ਤਾਂ ਸਾਨੂੰ ਕਲੀਅਰ ਹੀ ਨਹੀਂ ਹੋਇਆ ਕਿਹਨੂੰ ਅਰੈਸਟ ਕੀਤਾ ਜਿੰਨੀ ਦੇਰ ਅਸੀਂ ਥੀਪ ਨਹੀਂ ਕਹਿੰਦੇ। ਸੋ ਇਸ ਐਕਸ਼ਨ ਨੂੰ ਪੂਰਾ ਹੋਣ ਲਈ ਇੱਕ ਆਬਜੈਕਟ ਦੀ ਜ਼ਰੂਰਤ ਆ। ਦਾ ਬੋਆਇਜ਼ ਆਰ ਈਟਿੰਗ, ਬੋਆਇਜ਼ ਖਾ ਰਹੇ ਨੇ, ਕੀ ਖਾ ਰਹੇ ਨੇ, ਕੁਐਸਚਨ ਹੈ ਨਾ। ਸੋ ਫਿਰ ਜਿੰਨੀ ਦੇਰ ਅਸੀਂ ਅੱਗੇ ਆਬਜੈਕਟ ਨਹੀਂ ਲਿਖਦੇ, ਐਪਲ ਜਾਂ ਕੁਛ ਹੋਰ, ਤਾਂ ਉਹ ਸੈਂਟੈਂਸ ਕੰਪਲੀਟ ਨਹੀਂ ਹੋਊਗਾ।
सो इस तरह के जिहड़े सेंटेंसिस हुंदे ने उन्हां नूं कहने असीं ट्रांसिटिव वर्ब। हुण सैकेंड आ इनट्रांसिटिव वर्ब्स। हुण इहदे विच की आ, जे उहदे विच ऑब्जैक्ट की जरूरत आ, इहदे विच ऑब्जैक्ट की जरूरत नहीं है। की लिखिया होया, एन इनट्रांसिटिव वर्ब इज़ अ वर्ड दैट डोनेट्स a state or an action that is complete in itself। ट्रांसिटिव वर्ब एक अजिहा वर्ड आ जिहड़ा अपने आप दे विच कंप्लीट एक्शन है, उहनूं किसी ऑब्जैक्ट की जरूरत नहीं आ। सो फिर एग्जाम्पल्स की दित्तियां होईयां ने, हुण एग्जाम्पल्स ते निगाह मारो तो तुहानूं पता लगू कि उदां दा क्वेश्चन रेज हुंदा जिद्दां पहलां हुंदा सी। द बैंगल्स आर ग्रीन, चूड़ियां हरियां हन, कोई क्वेश्चन तो नहीं उठ रहा मन च। सीमा सीम्स सैड, सीमा उदास लग रही है। वाटर बॉयल्स एट 100 डिग्री सेंटीग्रेड, पानी 100 डिग्री सेंटीग्रेड ते उबलदा है। कंप्लीट अपने आप। चाइल्ड वाज क्राइंग, बच्चा रो रहा है। शी ट्रैवल्स यैस्टरडे, वो कल यात्रा ते गया है ना। सो ये सेंटेंस अपने आप विच सारे कंप्लीट ने, इन्हां लई किसी ऑब्जैक्ट की जरूरत नहीं। सो ये की ने ट्रांसिटिव वर्ब। समझ लग गई। थोड़ा जिहा होर इहदे बारे एक्सप्लेन करदा, फिर आपां करदे हां अगली एक्टिविटी बेटा। सम ट्रांसिटिव वर्ब्स सच एज आस्क, ऑफर, प्रॉमिस, टैल एक्सट्रा टेक टू ऑब्जैक्ट्स। कहंदे कुछ शब्द ने जिहड़े ट्रांसिटिव वर्ब दे विच डबल ऑब्जैक्ट लैंदे ने, टू ऑब्जैक्ट भी आ जांदे, दो ऑब्जैक्ट। आपां उत्थे एक ऑब्जैक्ट की गल कीती है पुलिसमैन वाले च, पुलिसमैन अरैस्टड दा थीप, सिर्फ थीप एक ऑब्जैक्ट आ। पर कई बार एक ही सेंटेंस दे विच दो ऑब्जैक्ट आ जांदे ने। उहदे वो दो ऑब्जैक्टां नूं एक डायरैक्ट ऑब्जैक्ट हुंदा, एक इनडायरैक्ट ऑब्जैक्ट हुंदा। हुण उहनां नूं समझण दी सानूं जरूरत आ। एन इनडायरैक्ट ऑब्जैक्ट डिनोट द पर्सन टू whom समथिंग इज़ गिवन और फॉर whom समथिंग इज़ डन। इनडायरैक्ट ऑब्जैक्ट किहड़ा, जिहदे विच किसी परसन लई कुछ कीता जा रहा है ना, वो। तो डायरैक्ट ऑब्जैक्ट किहड़ा इज़ यूजली द नेम, सीधा नाम आ, प्रॉपर नाउन आ जां प्रनाउन आ ऑफ समथिंग, किसी चीज़ का नाम आ जां प्रनाउन आ। सो हुण देखो तुहानूं इत्थे एग्जाम्पल दित्ती हुई है, उन्होंने देख के तुहानूं समझ लग जूगा। सेंटेंस पूरा बनूगा जो असीं तीनों बॉक्सिस नूं रीड करांगे टुगैदर। ही गेव मी एन एप्पल, उसने मैनू एक एप्पल दिता है ना। हुण एप्पल भी ऑब्जैक्ट आ, मी भी ऑब्जैक्ट आ, ठीक आ। गेव की हो गया वर्ब, ही की हो गया सबजैक्ट। हुण जिहड़ा मी आ वो इनडायरैक्ट ऑब्जैक्ट आ, मैनू दिता की दिता गा एप्पल। सो एप्पल की आ डायरैक्ट ऑब्जैक्ट आ। सो इस तरीके नाल बाकी दे सेंटेंस ने तुसीं देख सकते हो, इत्थों समझ सकते हो। द टीचर टोल्ड अस अ स्टोरी, वेल यू मेक मी अ कप ऑफ टी, ही ऑफर्ड मी अ जॉब। ठीक है। सो इस तरीके के जिहड़े सेंटेंसिस हुंदे ने उन्हां दे विच बेटा दो ऑब्जैक्ट आउंदे ने, ठीक, एक डायरैक्ट एक इनडायरैक्ट। सो चलो हुण आपां चलदे हां इहदे नाल रिलेटेड एक्टिविटी नंबर 6 ते। सो एक्टिविटी नंबर 6 आ जिहड़ी बेटा की कह रही है, देखो, स्टेट वादर द वर्ब इन द फॉलोइंग सेंटेंसिस आर ट्रांसिटिव और इनट्रांसिटिव। आल्सो राइट द वर्ब एंड द ऑब्जैक्ट इफ एनी इन द स्पेस गिवन। कहंदे वो तो सानूं टिक लगाउणा पैना पहलां भी ये जिहड़ा ट्रांसिटिव वर्ब आ जां इनट्रांसिटिव वर्ब आ, फिर उहदे च जिहड़ा हैगा वो उत्थे लिखना वर्ब असीं, ठीक। फिर ऑब्जैक्ट हैगा जिहड़ा वो असीं ऑब्जैक्ट लिखना गा। अगर ऑब्जैक्ट हुण सीधा जे तां ऑब्जैक्ट हैगा गा तां ट्रांसिटिव वर्ब आ, अगर ऑब्जैक्ट नहीं हैगा बेटा फिर वो इनट्रांसिटिव वर्ब आ। सो हुण आपां इस एक्टिविटी नूं करदे हां बेटा सॉल्व। लो जी देखो, फस्ट दे विच आ गया शी हैज़ लॉस्ट हर बैग, ट्रांसिटिव वर्ब आ, उत्ते असीं ठीका लावांगे, वर्ब की जगह ते लिखांगे लॉस्ट, ते हर बैग की आ ऑब्जैक्ट आ, ठीक। आ लिखांगे ट्रांसिटिव वर्ब, फिर लॉस्ट हर बैग। सो इनू जे इत्थे इधरली साइड करना तो फिर आपां इनू इत्थे देखो ट्रांसिटिव इनट्रांसिटिव दोनों दिते हुए ट्रांसिटिव आ उत्ते लाता ठीक आ, इत्थे वर्ब लिख दांगे लॉस्ट। सो हर बैग ऑब्जैक्ट की आ, हर बैग इत्थे हजे लिखिया जांदा पुत्त, ठीक है। इस तरीके नाल तुसीं इत्थे ठीका लगा के कर सकते हो। इधर मैं तुहानूं सॉल्व करके दिता ऑलरेडी। सैकंड दे विच देखो द वाइंड इज़ ब्लोइंग स्ट्रोंगली, हवा जिहड़ी बहुत तेज़ी नाल चल रही है, किहड़ा
ਹੁਣ ਇਹਦੇ ਵਿੱਚ ਕੋਈ ऑब्जेक्ट ਤਾਂ ਹੈ ਨਹੀਂ, सो फिर की है इंट्रांसिटिव वर्ब है ये। इंट्रांसिटिव हो गया ब्लोइंग, नो ऑब्जेक्ट। जो नो ऑब्जेक्ट आ उत्थे कुछ लिखण, इत्थे तो लिखिया नो ऑब्जेक्ट, उत्थे चाहे लिखो ही ना, डैश लगा दो। बबली क्लोज द विंडो, ये ट्रांसिटिव वर्ब आ, सो क्लोज्ड हो गया वर्ब, द विंडो की हो गया ऑब्जेक्ट। सून द डोर ओपनड, ਹੁਣ ਦੇਖੋ ਇਹ ਇਨਟ੍ਰਾਂਸਿਟਿਵ ਵਰਬ ਹੈ, ਇਹਦੇ 'ਚ ਕੋਈ ऑब्जेक्ट नहीं हैगा। ऑब्जेक्ट की जगह ਤੇ डैश ਲਾਵਾਂਗੇ, वर्ब की जगह ਤੇ ਲਿਖਾਂਗੇ ओपनड, उधरों लिखांगे इनट्रांसिटिव वर्ब। ही पुल्ड ओपन द डोर, द डोर हैगा ऑब्जेक्ट, सो ऑब्जेक्ट लिखा द डोर, ओपन वर्ब हो गया, तो किहड़ी किस्म किहड़ी होगी, ट्रांसिटिव। नैक्सट देखो हुण 6th वन, हिज नॉवल इज़ सैलिंग वैल। सो फिर ऑब्जेक्ट तो ये है नहीं गा कोई, सो इंट्रांसिटिव वर्ब आ, सैलिंग की आ वर्ब, ऑब्जेक्ट कोई है नहीं गा। द टीचर वेंट टू द स्कूल, वेंट वर्ब हो गया, स्कूल की हो गया ऑब्जेक्ट, तो की है यह ट्रांसिटिव वर्ब आ। ही डज नॉट लाइक हिज टेबल, हिज टेबल की हो गया ऑब्जेक्ट, लाइक की हो गया वर्ब, तो जो दोनों चीज़ां हैगियां ने तो फिर ये की आ, ट्रांसिटिव वर्ब है। सो उधर लगाता आप, ठीक है। टिम लाइक्स क्लाइंबिंग माउंटेन, ऑब्जेक्ट की आ माउंटेन, वर्ब की आ लाइक, सो की किहड़ी किस्म होगी है, ट्रांसिटिव वर्ब। मंजू इज़ गोइंग टू बाय हिम आ बुक, हुण देखो ये दो आ गए जिहड़े आपां डायरैक्ट इनडायरैक्ट की गल करते सी ना। हिम आ गया जिहड़ा वो तो हो गया ऑब्जेक्ट दे विच लिखांगे असीं हिम, ते कॉमा पा के नाल तुसीं आ बुक भी लिख सकते हो। अगर तुसीं उहनूं होर ज़्यादा क्लैरिटी चाहते हो तो फिर तुसीं लिखोगे इनडायरैक्ट ऑब्जेक्ट हिम, डायरैक्ट ऑब्जेक्ट अ बुक। अगर ये ना भी लिखना चाहो तो तुसीं सीधा हिम कॉमा पा के अ बुक, दो ऑब्जेक्ट लिखते, तो वर्ब की हो गया बाय, तो किस्म किहड़ी होगी, ट्रांसिटिव वर्ब। नैक्सट, शी हैज़ इनवाइटेड हर फ्रेंड्स, फ्रेंड्स ऑब्जेक्ट हो गया, इनवाइटेड की हो गया वर्ब हो गया, तो किस्म किहड़ी है, ट्रांसिटिव। नैक्सट, शी डिड नॉट स्लीप वेरी वेल, ऑब्जेक्ट तो कोई है नहीं गा इहदे विच, सो स्लीप वर्ब आ, तो किस्म किहड़ी होगी, इनट्रांसिटिव। चलो जी हुण तुहानूं समझ लग गई इन्हां दी, ते हुण फटाफट आपां अगले भी कर दिंने आ। 13th, शी सैट इन अ पार्क, पार्क की हो गया ऑब्जेक्ट, सैट ट्रांसिटिव। दे हैव वन, कोई ऑब्जेक्ट नहीं, इनट्रांसिटिव। वन वर्ब हो गया, ऑब्जेक्ट ते लाओ डैश। देयर टीम वन द मैच, द मैच ऑब्जेक्ट आ, वन वर्ब आ गया, ट्रांसिटिव हो गया। लो जी हो गए 15, ले लिया कम आपां। चलो जी 16वां, द कार नीड्स अ न्यू बैटरी, बैटरी की ऑब्जेक्ट आ, ऑब्जेक्ट लिखो, नीड्स वर्ब हो गया, ट्रांसिटिव ते लाओ ठिका, वैरी गुड। हुण चलो जी अगे 17वां, वी मस्ट सी दैम दिस वीकेंड, दैम पिया ना वर्ब, सो फिर असी लिखिया दैम, सी की आ वर्ब, ट्रांसिटिव आ। ओके, दे शुड नो लॉन्गर वेट, ऑब्जेक्ट कोई नहीं हैगा, डैश वेट वर्ब आ, इनट्रांसिटिव ते ठीका लगा दो उधर। हरप्रीत वाज अपसेट, कोई ऑब्जेक्ट नहीं, डैश अपसेट वर्ब आ, इनट्रांसिटिव हो गया। इट इज़ स्नोइंग, ये भी कोई ऑब्जेक्ट नहीं, स्नोइंग वर्ब हो गया, तो किस्म किहड़ी होगी, इनट्रांसिटिव। सो बेटा ये हो गया तुहाडी एक्टिविटी नंबर 6। सो दैट्स ऑल फॉर नाउ, स्टे ट्यून्ड फॉर मोर वीडियोज़, सपोर्ट मी बाय सब्सक्राइबिंग टू माई चैनल। क्योंकि पुत जदों कोई काम करते हैं अगर हौसला अफजाई होंदी रहे तो बंदा होर हौसले नाल काम करदा वध तो वध, ठीक है। सो चैनल नूं सबसक्राइब करो, बैल आइकॉन दबाओ ताकि वीडियो का नोटिफिकेशन मिलता रहे, तो बने रहना चैनल दे नाल। बाय बाय, मिलते हैं अगली वीडियो 'च।